ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਬਲਟੋਹਾ ਇਸ ਵਕਤ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੌਜੂਦਾ ਜੋ ਇਸ ਵਕਤ ਸਿਆਸੀ ਹਾਲਾਤ ਬਣੇ ਹੋਏ ਨੇ ਪੰਜਾਬ ਦੇ। ਬਲਟੋਹਾ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਜੀ, ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮਾਲਵਿੰਦਰ ਕੰਗ ਵੱਲੋਂ। ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਜੋ ਬੇਅਦਬੀ ਵੈਬਲ ਗੋਲੀ ਕਾਂਡ ਦਾ ਉਹ ਸੀਗਾ। ਅਤੇ ਸੁਖਬੀਰ ਬਾਦਲ ਜੀ ਵੱਲੋਂ ਕੱਲ੍ਹ ਇੱਕ ਬਿਆਨ ਦਿੱਤਾ ਗਿਆ ਸੀ ਕਿ ਉਹਦੇ ਵਿੱਚ ਸਾਨੂੰ ਚਿੱਟ ਦੇ ਦਿੱਤੀ ਗਈ ਹੈ ਅਤੇ ਇਹ ਕਹਿੰਦੇ ਨੇ ਜੀ ਵੀ ਖੁਸ਼ ਹੋਣ ਦੀ ਲੋੜ ਨਹੀਂ ਹੈ, 3 FIR ਹੋਈਆਂ ਸੀ, ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। ਕੀ ਕਹਿਣਾ ਜੀ ਤੁਹਾਡਾ ਇਸ ਬਾਰੇ? ਦੇਖੋ, ਸਭ ਤੋਂ ਪਹਿਲੀ ਦੀ ਗੱਲ ਹੈ ਕਿ ਨਾ ਅਸੀਂ ਕਲੀਨ ਚਿੱਟ ਮੰਗੀ ਅਤੇ ਨਾ ਸਾਨੂੰ ਕਲੀਨ ਚਿੱਟ ਦੀ ਲੋੜ, ਅਤੇ ਨਾ ਅਸੀਂ ਕਲੀਨ ਚਿੱਟ ਦਾ ਕਿਸੇ ਦਾ ਜ਼ਿਕਰ ਕਰਦੇ ਹਾਂ। ਅਸੀਂ ਤਾਂ ਉਹਨਾਂ ਵਿਰੋਧੀਆਂ ਨੂੰ ਸਵਾਲ ਕਰਦੇ ਹਾਂ ਜਿਹੜੇ 2015 ਤੋਂ ਲੈ ਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਇਹ ਸਵਾਲ ਖੜਾ ਕਰਦੇ ਆਉਂਦੇ ਨੇ ਔਰ ਇਹ ਪ੍ਰਚਾਰ ਕਰਦੇ ਆਉਂਦੇ ਨੇ ਕਿ ਜਿਹੜੀਆਂ 2015 'ਚ ਅਕਾਲੀ ਸਰਕਾਰ ਸਮੇਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸੀ ਬੇਅਦਬੀ ਦੀਆਂ, ਅਤੇ ਜਿਹੜੇ ਇਹ ਲੋਕ ਜਿਹੜੇ ਨੇ ਜਿਨ੍ਹਾਂ ਨੇ ਗੰਦੀ ਰਾਜਨੀਤੀ ਕੀਤੀ ਸੀ ਵਿੱਚ ਆਮ ਆਦਮੀ ਪਾਰਟੀ, ਕਿ ਇਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੋਸ਼ੀ ਹੈ। ਇੱਥੋਂ ਤੱਕ ਕਹਿ ਦਿੱਤਾ, ਬੇੜਾ ਗਰਕ ਇਹਨਾਂ ਦਾ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੋਟਾਂ ਦੀ ਖਾਤਰ, ਰਾਜਨੀਤੀ ਦੀ ਖਾਤਰ ਬੇਅਦਬੀਆਂ ਕਰਵਾਈਆਂ ਹੈ। ਅਤੇ ਉਹ ਲਗਾਤਾਰ 7 ਸਾਲਾਂ ਤੋਂ ਇਹਨਾਂ ਦਾ ਇੱਕੋ ਹੀ ਜਿਹੜਾ ਸ਼ਬਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀਆਂ ਕਰਵਾਈਆਂ। ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਰਹੇ ਕਿ ਸਾਨੂੰ ਬੇਅਦਬੀ ਦੇ ਦੋਸ਼ੀਆਂ ਦਾ ਪਤਾ ਹੈ, ਅਤੇ ਬੇਅਦਬੀ ਦੀਆਂ ਪੈੜਾਂ ਜਿਹੜੀਆਂ ਨੇ ਬਾਦਲਾਂ ਦੇ ਘਰ ਵੱਲ ਨੂੰ ਜਾਂਦੀਆਂ ਨੇ, ਸਿੱਧੇ ਨਾਂ ਲੈ ਕੇ ਲੋਕਾਂ ਦੇ ਵਿੱਚ ਅਜਿਹਾ ਪ੍ਰਚਾਰ ਕਰ ਦਿੱਤਾ ਗਿਆ। ਮੇਰੇ ਵਰਗੇ ਵੀ ਸਫਾਈ ਦਿੰਦੇ ਸੀਗੇ ਅਤੇ ਸਾਡੇ ਵਰਕਰ ਸਾਨੂੰ ਸਵਾਲ ਕਰਦੇ ਸੀ ਜੀ ਵੀ ਇਹ ਬੜੀ ਮਾੜੀ ਗੱਲ ਹੈ ਜੀ, ਆਪਣੇ ਬਾਰੇ ਗੱਲ ਕਰਦੇ ਆ ਕਿ ਜਿਹੜੀਆਂ ਬੇਅਦਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਤੀਆਂ। ਉਹ ਜਦੋਂ ਅਜਿਹੀ ਗੱਲ ਕਰਦਾ ਸੀ ਨਾ ਕੋਈ, ਸੱਚ ਜਾਣਿਆ ਸੀ, ਹਿੱਕ 'ਚ ਵੱਜਦੀ ਸੀ, ਦਿਲ 'ਤੇ ਵੱਜਦੀ ਸੀ, ਪੀੜ ਹੁੰਦੀ ਸੀ। ਅਸੀਂ 7 ਸਾਲਾਂ ਤੋਂ, ਅੱਜ ਵੀ ਸਾਨੂੰ ਪੀੜ ਹੈ, ਪਰ 7 ਸਾਲਾਂ 'ਚੋਂ ਜਿਸ ਪੀੜ 'ਚੋਂ ਅਸੀਂ ਲੰਘੇ ਹਾਂ, ਜਿਸ ਦੁੱਖ 'ਚੋਂ ਅਸੀਂ ਲੰਘੇ ਹਾਂ, ਜਿਹੜੇ ਤਾਨੇ ਮਿਹਣਿਆਂ 'ਚੋਂ ਅਸੀਂ ਲੰਘੇ ਹਾਂ, ਅਸੀਂ ਰੋ ਰੋ ਕੇ ਲੋਕਾਂ ਨੂੰ ਸਪਸ਼ਟੀਕਰਨ ਦਿੰਦੇ ਰਹੇ, ਸਿੱਖ ਸੰਗਤ ਨੂੰ ਦਿੰਦੇ ਰਹੇ, ਪਰ ਸਾਡੀ ਕਿਸੇ ਨੇ ਸੁਣੀ ਨਹੀਂ। ਇਹਨਾਂ ਦਾ ਝੂਠ ਚੱਲਦਾ ਰਿਹਾ। ਇਹਨਾਂ ਦੀ ਮਨਸ਼ਾ ਕੇਵਲ ਇਹ ਸੀ ਕਿ ਰਾਜ ਸੱਤਾ ਕਿਵੇਂ ਹਾਸਲ ਕਰਨੀ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਕਿਵੇਂ ਲਾਉਣੀ ਹੈ, ਬਦਨਾਮ ਕਿਵੇਂ ਕਰਨਾ, ਉਹ 'ਚ ਕਾਮਯਾਬ ਹੋਏ। ਅਤੇ ਹੁਣ ਗੱਲ ਕੀ ਹੈ ਕਿ ਇਹਨਾਂ ਦੀਆਂ ਸਾਜ਼ਿਸ਼ਾਂ ਦੇ ਬਾਵਜੂਦ ਅੱਜ ਜਿਹੜੀ SIT ਜਿਹੜੀ ਬਣੀ ਸੀਗੀ, ਜਿਹਨੇ ਜਾਂਚ ਕੀਤੀ ਹੈ 3 ਕੇਸਾਂ ਦੀ, ਜਿਹੜੇ ਬੇਅਦਬੀ ਦੇ ਕੇਸ ਹੈ, ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਬੇਅਦਬੀਆਂ ਅਕਾਲੀ ਦਲ ਨੇ ਕਰਵਾਈਆਂ ਹੈ, ਉਹਨਾਂ ਬੇਅਦਬੀ ਦੇ ਕੇਸਾਂ ਦੀ ਜਾਂਚ ਜਿਹੜੀ SIT ਨੇ ਕੀਤੀ ਹੈ, ਰਿਪੋਰਟ ਜਿਹੜੀ ਆਈ ਹੈ, ਜਿਹਨੂੰ ਫਾਈਨਲ ਰਿਪੋਰਟ ਕਿਹਾ ਗਿਆ, ਜਿਹਦੇ ਅਖੀਰ 'ਤੇ ਇਹ ਲਿਖਿਆ ਕਿ ਇਸ ਤੋਂ ਬਾਅਦ ਜਾਂਚ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਨਹੀਂ। ਉਸ ਜਾਂਚ ਰਿਪੋਰਟ ਦੇ ਵਿੱਚ ਜਿਹੜੇ ਲੋਕ ਦੋਸ਼ੀ ਸੀ, ਜਿਹਦਾ ਜਿਸ ਤਰ੍ਹਾਂ ਦਾ ਰੋਲ ਸੀ, ਉਹਨਾਂ ਸਾਰਿਆਂ ਦਾ ਜ਼ਿਕਰ ਹੈ, ਸਾਰਿਆਂ ਦਾ ਜ਼ਿਕਰ ਹੈ। ਰਾਮ ਰਹੀਮ ਦਾ ਵੀ ਜ਼ਿਕਰ ਹੈ, ਉਹਦਾ ਕੀ ਰੋਲ ਸੀਗਾ, ਜਾਂ ਜਿਹੜੇ ਹੋਰ ਦੋਸ਼ੀ ਨੇ ਉਹਨਾਂ ਦਾ ਕੀ ਰੋਲ ਹੈ, ਜਿਹੜੇ 7 ਫੜੇ ਸੀਗੇ ਉਹਨਾਂ ਦਾ ਕੀ ਰੋਲ ਹੈ, ਜਿਹੜੇ 3 ਭਗੌੜੇ ਨੇ ਉਹਨਾਂ ਦਾ ਕੀ ਰੋਲ ਸੀ, ਉਹ ਸਾਰਾ ਕੁਝ ਲਿਖਿਆ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਾਰੇ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਾਰੇ, ਸ਼੍ਰੋਮਣੀ ਅਕਾਲੀ ਦਲ ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਇੱਕ ਵੀ ਸ਼ਬਦ ਜਿਹੜਾ ਆ ਉਹ ਨਹੀਂ ਲਿਖਿਆ। ਅਤੇ ਸਾਡਾ ਹੁਣ ਸਵਾਲ ਇਹਨਾਂ ਨੂੰ ਇਹ ਹੈ ਕਿ ਭਾਈ ਇਹ ਹੁਣ ਤੁਹਾਡੇ ਮੂੰਹ 'ਤੇ ਬੜੀ ਵੱਡੀ ਚਪੇੜ ਜੀ, ਤੁਸੀਂ ਘੱਟੋ ਘੱਟ ਹੁਣ ਹੀ ਲੋਕਾਂ ਕੋਲੋਂ ਮਾਫੀ ਮੰਗ ਲਓ। ਸਾਡੇ ਕੋਲੋਂ ਨਹੀਂ ਮੰਗਣੀ, ਨਾ ਮੰਗੋ, ਸਾਨੂੰ ਕੋਈ ਨਹੀਂ, ਪਰ ਮੰਗਣੀ ਸਾਡੇ ਕੋਲੋਂ ਵੀ ਚਾਹੀਦੀ ਇਹਨਾਂ ਨੂੰ ਕਿ ਭਾਈ ਅਸੀਂ ਗੁਨਾਹਗਾਰ ਹਾਂ ਤੁਹਾਡੇ, ਕਿ ਅਸੀਂ ਤੁਹਾਨੂੰ ਬਦਨਾਮ ਕਰਦੇ ਰਹੇ ਹਾਂ, ਤੁਹਾਡੇ 'ਤੇ ਅਸੀਂ ਬੜੀ ਗੰਦੀ ਰਾਜਨੀਤੀ ਕੀਤੀ ਹੈ। ਹੁਣ ਸੱਚਾਈ ਸਾਹਮਣੇ ਆ ਗਈ ਹੈ, ਜਾਂਚ ਰਿਪੋਰਟ ਸਾਹਮਣੇ ਆ ਗਈ ਹੈ, ਸਰਕਾਰ ਨੇ ਜਨਤਕ ਕੀਤੀ ਹੈ, ਪਰ ਸਾਡੇ ਕੋਲੋਂ ਨਹੀਂ ਤਾਂ ਘੱਟੋ ਘੱਟ ਸਿੱਖ ਜਗਤ ਕੋਲ ਤਾਂ ਮੰਗ ਲੈਣ ਜਿਨ੍ਹਾਂ ਨੂੰ ਗੁੰਮਰਾਹ ਕਰਦੇ ਰਹੇ, ਉਸ ਗੁਰੂ ਕੋਲੋਂ ਤਾਂ ਮੰਗ ਲੈਣ ਜਿਸ ਗੁਰੂ ਦੇ ਨਾਂ 'ਤੇ ਗੰਦੀ ਸਿਆਸਤ ਕਰਦੇ ਰਹੇ। ਸਾਡਾ ਤਾਂ ਸਵਾਲ ਇੰਨਾ ਗਿਆ, ਅਸੀਂ ਕਲੀਨ ਚਿੱਟ ਦੀ ਗੱਲ ਹੀ ਨਹੀਂ ਕਰਦੇ। ਅਸੀਂ ਤਾਂ ਉਸ SIT ਰਿਪੋਰਟ ਦੀ ਜਿਹੜੀ ਫਾਈਨਲ ਰਿਪੋਰਟ ਹੈ, ਜਿਹੜੀ ਹਾਈ ਕੋਰਟ ਦੀ ਡਾਇਰੈਕਸ਼ਨ 'ਤੇ ਸਿੱਟ ਬਣੀ ਸੀਗੀ, ਜਿਹਦੀ ਮਨੀਟਰਿੰਗ ਹਾਈ ਕੋਰਟ ਕਰਦਾ ਸੀਗਾ, ਜਿਹਦੀ ਸੁਪਰਵਿਜ਼ਨ ਹਾਈ ਕੋਰਟ ਕਰਦਾ ਸੀਗਾ, ਉਹ ਜਿਹੜੀ ਜਾਂਚ ਹੈ, ਉਸ ਜਾਂਚ ਦੇ ਵਿੱਚ ਜਿਹੜੀ ਸੱਚਾਈ ਸਾਹਮਣੇ ਆਈ ਹੈ ਕਿ ਕੂੜ ਨ ਖੁੱਟੇ ਨਾਨਕਾ ਓੜਕ ਸੱਚ ਰਹੀ। ਅਤੇ ਜਿਹੜਾ ਸੱਚ ਦਾ ਪ੍ਰਗਟਾਵਾ ਹੋਇਆ, ਜਿਹੜਾ ਝੂਠ ਨੰਗਾ ਹੋਇਆ ਆ, ਹਾਂਜੀ, ਉਹ ਅਸੀਂ ਤਾਂ ਉਹਦੀ ਗੱਲ ਕਰਦੇ ਹਾਂ।
ਬਲਟੋਹਾ ਸਾਹਿਬ, ਕੁੰਵਰ ਵਿਜੇ ਪ੍ਰਤਾਪ ਦੀ ਇਨਵੈਸਟੀਗੇਸ਼ਨ ਦੀ ਆਪਾਂ ਗੱਲ ਕਰੀਏ, ਇੱਕ ਸਮੇਂ ਤੇ ਉਹ ਖਾਰਜ ਕਰ ਦਿੱਤੀ ਗਈ ਸੀ, ਪਰੰਤੂ ਹੁਣ ਸਮੇਤ ਸੈਣੀ ਤੇ ਉਮਰਾਂ ਨੰਗਲ ਵੱਲੋਂ ਜਿਹੜਾ ਕੇਸ ਪਾਇਆ ਗਿਆ ਸੀ ਉਹ ਫਿਰ ਤੋਂ ਉਹਨਾਂ ਨੇ ਉਹਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਉਸੇ ਰਿਪੋਰਟ ਦੇ ਉੱਪਰ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਨੂੰ ਕੋਈ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਕਿ ਉਹਨਾਂ ਨੇ ਪਟੀਸ਼ਨ ਪਾਈ ਸੀ, ਕਿ ਹਾਈ ਕੋਰਟ ਦਾ ਹੁਕਮ ਹੋਇਆ ਹੈ। ਪਰ ਜਿੱਥੋਂ ਤੱਕ ਮੇਰੇ ਵਰਗਾ, ਕਿਉਂਕਿ ਮੈਂ ਵੀ ਕਾਨੂੰਨੀ ਤੌਰ 'ਤੇ ਕਾਫੀ ਕੁਝ ਸਮਝਦਾ ਕਿ ਜਿਹੜੀ ਇੱਕ ਵਾਰ ਨਾ ਹਾਈ ਕੋਰਟ ਵੱਲੋਂ ਜਿਹੜੀ ਰਿਪੋਰਟ ਰੱਦ ਹੋ ਗਈ ਹੈ ਨਾ, ਅਤੇ ਜਿਹੜੀ ਰਿਪੋਰਟ ਹੀ ਰੱਦ ਨਹੀਂ ਹੋਈ, SIT ਵੀ ਰੱਦ ਕਰਤੀ, ਕੁੰਵਰ ਵਿਜੇ ਪ੍ਰਤਾਪ ਨੂੰ ਪਾਸੇ ਕਰ ਦਿੱਤਾ। ਨਵੀਂ SIT ਬਣਾਈ ਗਈ ਵੀ ਉਹਦੀ ਜਾਂਚ ਕਰੋ। ਉਹਦੀ ਜਾਂਚ ਕਰਨ ਵਾਸਤੇ ਜਿਹੜੇ ਮੇਰਾ ਖਿਆਲ ਹੈ ਕਿ ਇੱਕ ADGP ਨੇ, ਉਹਨਾਂ ਦਾ ਮੈਂ ਨਾਂ ਭੁੱਲ ਰਿਹਾ ਹੈ, ਉਹਨਾਂ ਦੀ ਜੀ ਅਗਵਾਈ ਦੇ ਥੱਲੇ ਬਣਾਈ ਆ। ਇੱਕ ਹੋਰ IG ਨੇ, ਨਹੀਂ ਪ੍ਰਮੋਦ ਕੁਮਾਰ ਹੋਰ ਨਹੀਂ, ਕਿ ਦੂਸਰੇ ਨੇ, ਹਾਂਜੀ, ਉਹਨਾਂ ਦੀ ਅਗਵਾਈ ਥੱਲੇ ਬਣੀ ਹੈ, ਜਿਹੜੇ ਜਾਂਚ ਕਰ ਰਹੇ ਨੇ। ਅਜੇ ਉਹ ਜਾਂਚ ਕਰ ਰਹੇ ਨੇ। ਜਿਹੜਾ ਪਹਿਲਾ ਚਲਾਨ ਹੈ ਉਹ ਤਾਂ ਹਾਈ ਕੋਰਟ ਨੇ ਰੱਦ ਕਰਤਾ, ਟੋਟਲੀ ਰੱਦ ਕਰਤਾ। ਹਾਂਜੀ, ਹਾਂ, ਉਹਨਾਂ ਨੇ ਜੋ ਜਿੰਨਾ ਕਿ ਮੈਨੂੰ ਪਤਾ ਲੱਗਾ ਹੈ ਕਿ ਜੋ ਇਹਨਾਂ ਨੇ ਪਟੀਸ਼ਨ ਪਾਈ ਸੀ ਕਿ ਸਾਡੇ ਵਿਰੁੱਧ ਜਿਹੜੀ FIR ਨੇ ਉਹ ਰੱਦ ਕੀਤੀਆਂ ਜਾਣ, ਉਹਨਾਂ ਨੇ ਕਿਹਾ ਕਿ ਪਹਿਲਾਂ ਥਰੜੀ ਅਦਾਲਤ ਜਾਓ, ਥਰੜੀ ਅਦਾਲਤ ਵਿੱਚ ਜਾਓ, ਥਰੜੀ ਅਦਾਲਤ ਇਹਦੇ ਬਾਰੇ ਨਿਰਣਾ ਕਰੂਗੀ। ਬਾਕੀ ਮੈਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਗੀ, ਪਰ ਜੋ ਹਾਈ ਕੋਰਟ ਨੇ ਜਿਸ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨੂੰ ਰੱਦ ਕੀਤਾ, ਕੱਲੇ ਨੁਕਤੇ ਨੂੰ ਰੱਦ ਕੀਤਾ, ਦਲੀਲ ਦੇ ਕੇ ਕੀਤਾ, ਉਹ ਤਾਂ ਬਹਾਲ ਨਹੀਂ ਕੀਤੀ। ਤੇ ਨਾ ਉਹਦੀ ਬਹਾਲੀ ਵਾਸਤੇ, ਉਹ ਰਿਪੋਰਟ ਦੀ ਬਹਾਲੀ ਵਾਸਤੇ ਕਿਸੇ ਨੇ ਪਾਈ ਸੀਗੀ। ਜਾਂ ਤਾਂ ਇਹ ਹੋਵੇ ਨਾ ਕਿ ਉਹਦੀ ਬਹਾਲੀ ਵਾਸਤੇ ਕਿਸੇ ਨੇ ਪਟੀਸ਼ਨ ਪਾਈ ਹੈ, ਜਿਹੜੀ ਪਾਈ ਵੀ ਹੋਊਗੀ ਉਹ ਅਜੇ ਤੱਕ ਉੱਤੇ ਕੋਈ ਸੁਣਵਾਈ ਨਹੀਂ ਹੋਈ। ਇਹ ਤਾਂ ਜੋ ਇਹਨਾਂ ਨੇ ਆਧਾਰ ਲਿਆ ਸੀ ਕਿ ਸਾਡੇ ਵਿਰੁੱਧ FIR ਜਿਹੜੀਆਂ ਦਰਜ ਕੀਤੀਆਂ ਗਈਆਂ ਨੇ ਉਹ ਹੁਣ ਰੱਦ ਕੀਤੀਆਂ ਜਾਣ, ਉਹ ਰੱਦ ਕਰਨ ਦੀ ਥਾਂ 'ਤੇ ਉਹਨਾਂ ਨੇ ਕਿਹਾ ਕਿ ਤੁਸੀਂ ਥੱਲੇ ਜਾਓ, ਸੈਸ਼ਨ ਕੋਰਟ 'ਚ ਜਾਓ। ਹਾਂ, ਜਾਂ CBI ਕੋਲੋਂ ਜਾਂਚ ਕੀਤੀ ਮੰਗ ਕੀਤੀ ਹੋਊਗੀ, ਉਹ ਉਹਨਾਂ ਨੇ ਡਿਸਪੋਜ਼ ਆਫ ਕੀਤੀ ਹੋਊਗੀ। ਬਾਕੀ ਜਿਹੜਾ ਆ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ। ਬਲਟੋਹਾ ਸਾਹਿਬ, 2015 ਦੇ ਵਿੱਚ ਇਹ ਬੇਅਦਬੀਆਂ ਹੋਈਆਂ ਸੀ, ਉਹ ਤੋਂ ਬਾਅਦ 1.5 ਸਾਲ ਬਾਅਦ ਵੀ ਸਰਕਾਰ ਰਹੀ ਹੈ, ਅਤੇ ਸਾਫ਼ ਤੌਰ 'ਤੇ ਇਹ ਆਂਦਾ ਤੁਹਾਡੀ ਪਾਰਟੀ ਦੇ ਉੱਪਰ ਕਿ ਕੀਤਾ ਕੁਛ ਨਹੀਂ ਸੀ ਉਸ ਵਕਤ। ਅਤੇ ਉਹ ਤੋਂ ਬਾਅਦ ਦੀ ਆਪਾਂ ਗੱਲ ਕਰੀਏ ਤਾਂ ਹੁਣ ਤੱਕ ਮੰਨਦੇ ਹੋ ਤੁਸੀਂ ਕਿ ਖਮਿਆਜਾ ਉਹ ਕਿਤੇ ਨਾ ਕਿਤੇ ਭੁਗਤਦਾ ਆ ਰਿਹਾ ਸ਼੍ਰੋਮਣੀ ਅਕਾਲੀ ਦਲ। ਹੁਣ ਤੁਸੀਂ ਜਿਹੜੀ ਜਿਮਨੀ ਚੋਣ ਹੋਈ ਹੈ MP ਦੀ ਸੰਗਰੂਰ, ਉੱਥੇ ਦੀ ਗੱਲ ਲੈ ਲਓ, ਉਸੇ ਮੁੱਦੇ ਦੇ ਉੱਪਰ ਸਿਮਰਜੀਤ ਮਾਨ ਲੜ ਰਹੇ ਨੇ, ਉਸੇ ਮੁੱਦੇ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ, ਪਰੰਤੂ ਲੋਕਾਂ ਨੇ ਤੁਹਾਨੂੰ ਵੋਟਾਂ ਨਾ ਪਾ ਕੇ ਸਿਮਰਜੀਤ ਮਾਨ ਨੂੰ ਜਿਤਾ ਦਿੱਤਾ। ਕਿਵੇਂ ਦੇਖਦੇ ਹੋ? ਬੈਕਫੁੱਟ 'ਤੇ ਆਇਆ ਹੋਇਆ ਅਕਾਲੀ ਦਲ। ਦੇਖੋ, ਇਹ 'ਚ ਕੋਈ ਦਰਾਵਾਂ ਨਹੀਂ ਗਿਆ ਕਿ ਜਿਸ ਕਦਰ ਬੇਅਦਬੀ ਦੀਆਂ ਘਟਨਾਵਾਂ ਦਾ ਪ੍ਰਚਾਰ ਕੀਤਾ ਗਿਆ, ਕਿਸੇ ਨਾ ਕਿਸੇ ਰੂਪ 'ਚ ਅਕਾਲੀ ਦਲ ਨੂੰ ਖੋਰਾ ਲੱਗਾ। ਅਸੀਂ ਭਾਵੇਂ 100 ਸਫਾਈਆਂ ਦਿੰਦੇ ਰਹੇ ਹਾਂ, ਸਾਡੀਆਂ ਸਫਾਈਆਂ ਦਾ ਸਾਡੇ ਹੀ ਲੋਕਾਂ 'ਤੇ ਅਸਰ ਨਹੀਂ ਹੋਇਆ। ਪਰ ਹੁਣ ਕਿਉਂਕਿ ਸੱਚ ਜਿਹੜਾ ਹੈ ਸਾਹਮਣੇ ਆ ਗਿਆ ਹੈ, ਹੁਣ ਲੋਕਾਂ ਨੂੰ ਪਤਾ ਲੱਗੂ। ਕਿਉਂਕਿ ਇਹਨਾਂ ਸਰਕਾਰਾਂ ਦੇ ਸਮੇਂ ਹੀ ਉਹ ਰਿਪੋਰਟਾਂ ਤਿਆਰ ਹੋਈਆਂ ਨੇ, ਇਹਨਾਂ ਸਰਕਾਰਾਂ ਦੇ ਸਮੇਂ ਉਹ ਜਾਂਚ ਆਈ ਹੈ, ਇਹਨਾਂ ਸਰਕਾਰਾਂ ਦੇ ਸਮੇਂ ਉਹ ਜਾਂਚ ਹੋਈ ਹੈ, ਅਤੇ ਉਹ ਜਿਹੜੀ ਜਾਂਚ ਹੈ ਜਿਹਦੇ ਜਿਹੜੇ ਦੋਸ਼ ਲਾਉਂਦੇ ਰਹੇ ਸੀਗੇ, ਉਹ ਦੋਸ਼ ਜਿਹੜੇ ਝੂਠੇ ਇਹਨਾਂ ਦੇ ਸਾਬਤ ਹੋਏ ਹੈ। ਅਤੇ ਹੁਣ ਉਹ ਲੋਕਾਂ ਨੂੰ ਵੀ ਜਿਹੜਾ ਆ ਕਲੀਅਰ ਹੋ ਜਾਊਗਾ, ਪਤਾ ਲੱਗ ਜਾਊਗਾ। ਰਹਿ ਗਈ ਗੱਲ ਕਿ 2015 ਦੇ ਵਿੱਚ ਅਕਤੂਬਰ ਦੇ ਵਿੱਚ ਇਹ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਨੇ। 10-15 ਦਿਨ ਪੰਜਾਬ ਦੀ ਸਿਚੁਏਸ਼ਨ ਇਹੋ ਜਿਹੀ ਰਹਿੰਦੀ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਕੰਟਰੋਲ ਕਰਨੀ ਔਖੀ ਹੋ ਗਈ ਸੀ। ਸਰਕਾਰ ਦਾ, ਪੁਲਿਸ ਦਾ, ਸਾਰੇ ਪ੍ਰਸ਼ਾਸਨ ਦਾ ਧਿਆਨ ਇਸੇ ਪਾਸੇ ਸੀ ਕਿ ਹੋਰ ਕੋਈ ਘਟਨਾ ਵਾਪਰਨ ਤੋਂ ਰੋਕਿਆ ਜਾਵੇ, ਬਚਾਅ ਕੀਤਾ ਜਾਵੇ। ਸਾਰੇ ਇਸੇ ਪਾਸੇ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕਰਨ 'ਚ ਲੱਗੇ ਸੀ। ਪੁਲਿਸ ਤੇ ਸਰਕਾਰ ਦਾ ਧਿਆਨ ਇਸ ਪਾਸੇ ਸੀ, ਪਰ ਜਿਹੜੇ ਲੋਕ ਰਾਜਨੀਤੀ ਕਰਨ ਵਾਲੇ ਸੀ, ਚਾਹੇ ਉਹ ਕਾਂਗਰਸ ਪਾਰਟੀ ਸੀ, ਚਾਹੇ ਆਮ ਆਦਮੀ ਪਾਰਟੀ ਸੀ, ਜਾਂ ਹੋਰ ਪਾਰਟੀਆਂ ਸੀ, ਅਤੇ ਜਾਂ ਜਿਹੜੇ ਆਪਣੇ ਆਪ ਨੂੰ ਧਾਰਮਿਕ ਜਥੇਬੰਦੀਆਂ ਦੇ ਆਗੂ ਕਹਾਉਂਦੇ ਸੀ ਜਾਂ ਧਾਰਮਿਕ ਜਥੇਬੰਦੀਆਂ ਕਹਾਉਂਦੇ ਸੀ, ਉਹਨਾਂ ਦਾ ਇੱਕੋ ਜ਼ੋਰ ਸੀ ਵੀ ਜੋ ਅਸੀਂ ਵੱਧ ਤੋਂ ਵੱਧ ਅਕਾਲੀ ਦਲ ਨੂੰ ਟਾਰਗੇਟ ਕਰ ਸਕਦੇ ਹਾਂ ਉਹ ਕਰੀਏ। ਅਤੇ ਮਨਸ਼ਾ ਕੀ ਸੀ? ਰਾਜਨੀਤਿਕ ਪਾਰਟੀਆਂ ਦੀ ਮਨਸ਼ਾ ਇਹ ਸੀ ਕਿ ਅਸੀਂ ਰਾਜਸੀ ਸੱਤਾ ਹਾਸਲ ਕਰੀਏ, ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੀਏ। ਵੀ ਸਾਡੇ ਕੋਲ ਮੁੱਦਾ ਆ ਗਿਆ। ਅਤੇ ਜਿਹੜੇ ਧਾਰਮਿਕ ਜਥੇਬੰਦੀਆਂ ਵਾਲੇ ਸੀ, ਉਹਨਾਂ ਦਾ ਮਨਸ਼ਾ ਇਹ ਸੀ ਕਿ ਇਹਨਾਂ ਨੂੰ ਬਦਨਾਮ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਅਸੀਂ ਲਈਏ। ਮਨਸ਼ਾ ਸਿਰਫ ਇਹ ਸੀ ਦੋਨਾਂ ਧਿਰਾਂ ਦੀ। ਔਰ ਉਹਨਾਂ ਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਾਂਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਰਦੀ, ਪੁਲਿਸ ਕਰਦੀ,
ਪੁਲਿਸ ਨੂੰ ਕਰਨ ਹੀ ਨਹੀਂ ਦਿੱਤੀ। ਅਜਿਹਾ ਮੁਹਾਜ਼ ਖੜਾ ਕਰ ਦਿੱਤਾ ਗਿਆ, ਅਜਿਹਾ ਮਾਹੌਲ ਬਣਾ ਦਿੱਤਾ ਗਿਆ। ਉਹਨਾਂ ਕਿਹਾ ਜੀ ਸਾਨੂੰ ਪੰਜਾਬ ਸਰਕਾਰ 'ਤੇ ਪੰਜਾਬ ਪੁਲਿਸ 'ਤੇ ਤਬਾਰ ਹੀ ਨਹੀਂ, ਇਹ ਜਾਂਚ ਜਿਹੜੀ ਹੈ CBI ਦੇ ਹਵਾਲੇ ਕੀਤੀ ਜਾਵੇ। ਇੱਥੋਂ ਤੱਕ ਕਿ ਰਾਹੁਲ ਗਾਂਧੀ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਦੇ ਆ, ਵੱਖ-ਵੱਖ ਪਾਰਟੀਆਂ ਦੇ ਆਗੂ ਜਿਹੜੇ ਨੇ ਗਵਰਨਰ ਨੂੰ ਤੇ ਆਮ ਹੀ ਮਿਲਦੇ ਰਹੇ, ਪ੍ਰੈਸ ਕਾਨਫਰੰਸਾਂ ਕਰਦੇ ਰਹੇ, ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਆ ਇਹੀ ਕਹਿੰਦੇ ਰਹੇ ਕਿ CBI ਨੂੰ ਜਾਂਚ ਦਿਓ। ਔਰ ਸਰਕਾਰ ਨੂੰ ਨਾ ਚਾਹੁੰਦਿਆਂ ਹੋਇਆਂ ਵੀ, ਸਭ ਪ੍ਰਕਾਸ਼ ਸਿੰਘ ਬਾਦਲ ਕਦਾਚਿਤ ਨਹੀਂ ਸੀ ਚਾਹੁੰਦੇ, ਔਰ ਨਾ ਚਾਹੁਣ ਦੇ ਬਾਵਜੂਦ ਜਿਹੜੀ ਜਾਂਚ ਆ CBI ਨੂੰ ਦੇਣੀ ਪਈ। ਅਤੇ ਦੇਸ਼ ਦਾ ਕਾਨੂੰਨ ਹੈ ਕਿ ਜਦੋਂ ਜਿਸ ਤਰ੍ਹਾਂ ਹੁਣ CBI ਕੋਲੇ ਜਾਂਚ ਚਲੇਗੀ ਸੀ ਤੇ ਪੰਜਾਬ ਪੁਲਿਸ ਜਾਂਚ ਨਹੀਂ ਕਰ ਸਕਦੀ। ਇੱਕ ਮੌਕੇ 'ਤੇ ਇੱਕ ਕੇਸ ਦੀ ਜਾਂਚ ਇੱਕ ਏਜੰਸੀ ਕਰ ਸਕਦੀ ਹੈ, ਅਤੇ ਉਹ ਏਜੰਸੀ CBI ਨੂੰ ਚਲੇਗੀ ਸੀ। ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦੇ ਇੱਕ ਤਰ੍ਹਾਂ ਉਹਨਾਂ ਕੇਸਾਂ ਦੇ ਵਿੱਚ ਜਾਂਚ ਕਰਨ ਦੇ ਹੱਥ ਬੰਨ੍ਹ ਦਿੱਤੇ ਗਏ ਸੀਗੇ। ਸਾਡੇ ਕੋਲ 1.25 ਸਾਲ ਸੀ, ਜੇ ਸਾਡੇ ਹੱਥ ਖੁੱਲ੍ਹੇ ਹੁੰਦੇ, ਜਾਂਚ ਸਾਡੇ ਕੋਲੇ ਹੁੰਦੀ ਤੇ ਫਿਰ ਸਾਨੂੰ ਜ਼ਰੂਰ ਲਾਂਭਾ ਦਿੰਦੇ। ਹੁਣ ਆਪ ਹੀ ਜਾਂਚ CBI ਨੂੰ ਦਵਾਤੀ ਅਤੇ ਆਪ ਹੀ ਕਹੀ ਜਾਂਦੇ ਆ ਜੀ ਇਹਨਾਂ ਨੇ ਕੀਤਾ ਕੱਖ ਨਹੀਂ ਗਾ। ਹਾਂਜੀ, ਅਤੇ ਹੁਣ ਅਸੀਂ ਕਿਸ ਤਰ੍ਹਾਂ ਕਰਦੇ? ਜਾਂਚ ਤਾਂ ਤੁਹਾਂ CBI ਨੂੰ ਦਵਾ ਦਿੱਤੀ, ਉਸ ਤੋਂ ਬਾਅਦ ਤੁਸੀਂ ਭੌਂ ਕੇ ਫਿਰ ਵਿਧਾਨ ਸਭਾ ਦੇ ਵਿੱਚ ਮਤੇ ਪਾਸ ਕਰਕੇ ਫਿਰ CBI ਤੋਂ ਕੇਸ ਵਾਪਸ ਲਿਆਉਂਦੇ ਜੇ। ਅਤੇ ਇਸ ਕਰਕੇ ਜਿਹੜੇ ਆ ਪਤਾ ਨਹੀਂ ਕਿ ਉਹ ਕਹਿੰਦੇ ਨਾ ਵੀ ਦਾਤਰੀ ਨੂੰ ਇੱਕ ਪਾਸੇ ਦੰਦੇ ਅਤੇ ਲੋਕਾਂ ਦੀ ਜ਼ਬਾਨ ਨੂੰ ਦੋਨੋਂ ਪਾਸੇ ਦੰਦੇ, ਅਤੇ ਮੇਰਾ ਖਿਆਲ ਇਹਨਾਂ ਦੇ ਚੌਂ ਪਾਸੇ ਦੰਦੇ ਆ। ਜਿੱਧਰ ਅੰਦਰ ਗਲੇ 'ਚ ਕਾਂ ਜਿਹਾ ਵੀ ਹੁੰਦਾ ਨਾ, ਉੱਧਰ ਵੀ ਦੰਦੇ ਆ। ਹਾਂਜੀ, ਇੱਕ ਤਾਂ 3 ਪਾਸੇ ਤੇ ਬਣ ਹੀ ਗਏ ਨਾ ਜ਼ਬਾਨ ਦੇ, ਅਤੇ ਇੱਕ ਸਾਹਮਣਾ ਪਾਸਾ ਵੀ ਲਾ ਲਓ, ਉਹ ਵੀ ਵੱਡੇ ਦੰਦੇ ਆ, ਅਤੇ ਇਹਨਾਂ ਦੇ ਮਗਰਲੇ ਪਾਸੇ ਵੀ ਦੰਦੇ ਆ। ਚੌਂ ਪਾਸੇ ਦੰਦਿਆਂ ਵਾਲੇ ਇਹ ਨਸਲਾਂ ਨੇ। ਬਲਟੋਹਾ ਸਾਹਿਬ ਜੀ, ਆਪਾਂ ਇੱਕ ਸਿਆਸੀ ਉਹਦੀ ਗੱਲ ਕਰੀਏ, 10 ਸਾਲ ਤੁਹਾਡੀ ਪਾਰਟੀ ਦਾ ਰਾਜ ਰਿਹਾ, ਵਿਕਾਸ ਦੇ ਕੰਮ ਵੀ ਤੁਸੀਂ ਬਹੁਤ ਜ਼ਿਆਦਾ ਕੀਤੇ, ਪਰੰਤੂ ਕਿਤੇ ਨਾ ਕਿਤੇ ਬੇਅਦਬੀ ਦੀਆਂ ਗੱਲਾਂ ਕਰ ਲਓ ਜਾਂ ਤੁਸੀਂ ਨਸ਼ਿਆਂ ਦੇ ਮੁੱਦਿਆਂ ਦੀ ਗੱਲ ਕਰ ਲਓ, ਉਹਦੇ ਬੈਕਫੁੱਟ 'ਤੇ ਆ ਗਿਆ ਅਕਾਲੀ ਦਲ। ਅਤੇ ਹੁਣ 22 ਦੀ ਆਪਾਂ ਗੱਲ ਕਰੀਏ ਤਾਂ ਵਿਧਾਨ ਸਭਾ ਦੇ ਵਿੱਚ ਵੀ ਕਿੰਨੇ ਕੁ ਤੁਹਾਡੇ ਵਿਧਾਨਕਾਰ ਰਹਿ ਗਏ, ਅਤੇ ਉਸ ਤੋਂ ਬਾਅਦ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਕੋਈ ਸਿਆਸੀ ਪਛਤਾਤਾਪ ਕਰਨਾ ਹੋਵੇ, ਕੀ ਰਸਤਾ ਲੱਗਦਾ ਤੁਹਾਨੂੰ? ਕਿਉਂਕਿ ਇਸੇ ਮੁੱਦੇ ਦੇ ਉੱਪਰ ਅਕਾਲੀ ਦਲ ਵੀ ਦੋ ਫਾੜ ਹੋ ਗਿਆ। ਦੇਖੋ, ਲੋਕਾਂ ਦੀ ਜਿੱਥੋਂ ਤੱਕ ਹੈ ਨਾ, ਲੋਕ ਸਭ ਕੁਛ ਨੇ, ਲੋਕਾਂ ਨੇ ਵੋਟ ਪਾਉਣੀ ਹੈ। 2017 'ਚ ਅਸੀਂ ਰੌਲਾ ਪਾਉਂਦੇ ਰਹੇ ਕਿ ਕੈਪਟਨ ਝੂਠ ਬੋਲਦਾ ਜੀ, ਕੈਪਟਨ ਨੇ ਕੱਖ ਨਹੀਂ ਜੇ ਕਰਨਾ, ਕੈਪਟਨ ਧੋਖਾ ਦੇ ਰਿਹਾ ਜੇ, ਝੂਠੀ ਸਹੁੰ ਖਾ ਰਿਹਾ ਜੇ। ਪਰ ਲੋਕੀ ਕਹਿੰਦੇ ਸਹੁੰ ਖਾਧੀ ਯਾਰ, ਸਹੁੰ ਤੋਂ ਉੱਤੇ ਗੱਲ ਕਿਹੜੀ ਹੁੰਦੀ ਹੈ? ਅਗਲਾ ਝੂਠੀ ਸਹੁੰ ਖਾ ਕੇ ਸਰਕਾਰ ਬਣਾ ਕੇ 5 ਸਾਲ ਹੰਢਾ ਕੇ, 4.5 ਸਾਲ ਉਹ ਹੰਢਾ ਗਿਆ, ਤਾਂ 5 ਸਾਲ ਸਰਕਾਰ ਕਾਂਗਰਸੀ ਹੰਢਾ ਗਏ, ਕੁਛ ਹੋਇਆ? ਹੁਣ ਜਿਹੜੇ ਕੇਜਰੀਵਾਲ ਆ, ਕੇਜਰੀਵਾਲ ਦੀਆਂ ਗਰੰਟੀਆਂ, ਕਦੀ ਸਿਆਸਤ ਦੇ ਵਿੱਚ ਗਰੰਟੀ ਸ਼ਬਦ ਸੁਣਿਆ ਸੀ? ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ 'ਚ, ਮੇਰੀ 60 ਸਾਲਾਂ ਦੀ ਉਮਰ ਹੋ ਚੱਲੀ ਹੈ, ਮੈਂ 60 ਸਾਲਾਂ ਦੀ ਉਮਰ 'ਚ ਪਹਿਲੀ ਵਾਰ ਗਰੰਟੀ ਸੁਣੀ। ਵਾਅਦੇ ਤੇ ਸੁਣੀਦੇ ਸੀ, ਦਾਅਵੇ ਤੇ ਸੁਣੀਦੇ ਸੀਗੇ, ਚੋਣ ਮੈਨੀਫੈਸਟੋ ਸੁਣੀਦੇ ਸੀਗੇ, ਲੋਕਾਂ ਨਾਲ ਕਮਿਟਮੈਂਟ ਸੁਣੀਦੀਆਂ ਸੀਗੀਆਂ, ਪਰ ਗਰੰਟੀ, ਕੇਜਰੀਵਾਲ ਦੀ ਗਰੰਟੀ, ਗਰੰਟੀਆਂ ਦੇ ਨਾਂ 'ਤੇ ਠੱਗੀ ਮਾਰ ਕੇ ਲੈ ਗਏ। 1000 ਰੁਪਈਆ ਦੇ ਦਾਂਗੇ ਜੀ, ਅਸੀਂ 300 ਯੂਨਿਟ ਬਿਜਲੀ ਮਾਫ ਕਰ ਦਾਂਗੇ ਜੀ, ਅਸੀਂ ਇੰਨੀ ਨੌਕਰੀ ਦੇ ਦਾਂਗੇ ਜੀ, ਪਤਾ ਨਹੀਂ ਦੁਨੀਆ ਭਰ ਦੇ ਇਹਨਾਂ ਨੇ ਵਾਅਦੇ ਕੀਤੇ, ਕੋਈ ਹੋਇਆ ਪੂਰਾ? ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਫਾਰਮ ਭਰ ਕੇ ਠੱਗੀ ਮਾਰੀ ਸੀਗੀ ਕਿ ਕਿਸਾਨੀ ਕਰਜ਼ੇ ਦੇ ਨਾਂ 'ਤੇ, ਮਾਫੀ ਦੇ ਨਾਂ 'ਤੇ ਫਾਰਮ ਭਰੇ, ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਨਾਂ 'ਤੇ ਫਾਰਮ ਭਰੇ, ਸਮਾਰਟਫੋਨ ਦੇਣ ਦੇ ਨਾਂ 'ਤੇ ਫਾਰਮ ਭਰੇ, ਇਸੇ ਤਰ੍ਹਾਂ ਹੀ ਇਹਨਾਂ ਨੇ ਬਿਜਲੀ ਦੇ ਯੂਨਿਟ ਮਾਫ ਕਰਨ ਦੇ ਨਾਂ 'ਤੇ ਜਿਹੜੇ ਆ, ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਫਾਰਮ ਭਰੇ। ਅਸੀਂ ਜਿੱਥੇ ਕੈਪਟਨ ਬਾਰੇ ਕਹਿੰਦੇ ਹਾਂ ਵੀ ਫਾਰਮ ਭਰਦਾ ਜੇ ਭਾਈ ਠੱਗੀ ਮਾਰਦਾ, ਉੱਥੇ ਇਹਨਾਂ ਬਾਰੇ ਵੀ ਕਹਿੰਦੇ ਰਹੇ। ਪਰ ਹੈਰਾਨੀ ਦੀ ਗੱਲ ਹੈ, ਸਾਡੇ ਲੋਕ ਕਹਿੰਦੇ ਸੀ ਯਾਰ ਇਹ ਤਾਂ ਕੇਜਰੀਵਾਲ ਨੇ ਪਤਾ ਨਹੀਂ ਦਿੱਲੀ 'ਚ ਉੱਥੇ ਆਹ ਕਰਤਾ ਜੀ, ਦਿੱਲੀ 'ਚ ਉਹ ਕਰਤਾ ਆ। ਹੁਣ ਪਤਾ ਲੱਗ ਨਹੀਂ ਦਿਆ ਨਾ, ਹੁਣ ਪਤਾ ਲੱਗ ਰਿਹਾ ਨਾ। ਕੈਪਟਨ ਨੂੰ ਜਿਹੜਾ ਆ ਸਰਕਾਰ ਬਣਾਉਣ ਤੋਂ ਬਾਅਦ ਉਹ ਤੋਂ ਚੀਕਾਂ ਮਾਰਨ ਲੱਗ ਪਏ। ਹੁਣ ਸਾਡੇ ਲੋਕਾਂ ਨੂੰ ਪੈ ਗਈ ਆਦਤ ਉੱਡਦੀਆਂ ਫੜਨ ਦੀ, ਉਹ ਉੱਡਦੀਆਂ ਛੱਡ ਕੇ ਕਾਬੂ ਨਹੀਂ ਆਈਆਂ, ਅਤੇ ਕੇਜਰੀਵਾਲ ਵਾਲੀਆਂ ਫੜ ਲਈਆਂ, ਅਤੇ 2.5 ਮਹੀਨਿਆਂ 'ਚ ਹੀ ਚੀਕਾਂ ਮਾਰ ਲਈਆਂ ਆਪ ਹੀ ਵੀ ਸਾਡੇ ਕੋਲ ਗਲਤੀ ਹੋ ਗਈ। ਜਿਹੜੀ ਕਹਿੰਦੇ ਸਾਡੀ ਰਾਜਧਾਨੀ ਹੈ ਸੰਗਰੂਰ, ਠੀਕ ਹੈ, ਸਾਨੂੰ ਉੱਥੇ ਬੜਾ ਵੱਡਾ ਕਸਾਰਾ ਲੱਗਾ, ਪਰ ਜਿਹੜੀ ਆਮ ਆਦਮੀ ਪਾਰਟੀ 4.5 ਲੱਖ 'ਤੇ ਜਿੱਤੀ ਸੀ, 50,000 ਐਵਰੇਜ ਇੱਕ ਹਲਕੇ ਦੀ ਵੋਟ ਸੀਗੀ ਜਿੱਤੀ, ਅਤੇ ਉੱਥੇ ਪਾਰਲੀਮੈਂਟ ਦੀ ਸੀਟ ਹਰ ਜਾਂਦੀ ਹੈ, ਅਤੇ ਮਾਨ ਸਾਹਿਬ ਜਿੱਤ ਜਾਂਦੇ ਹੈ। ਅਤੇ ਮਾਨ ਸਾਹਿਬ ਦੀਆਂ 3 ਮਹੀਨੇ ਪਹਿਲੋਂ ਉਸੇ ਹਲਕੇ 'ਚੋਂ ਕਿਤੇ 2000 ਪੈਂਦੀ ਹੈ, ਕਿਤੇ 1500 ਪੈਂਦੀ ਹੈ, ਕਿਤੇ 3000 ਪੈਂਦੀ ਹੈ ਮਾਨ ਸਾਹਿਬ ਨੂੰ। ਹਾਂਜੀ, ਇਹੀ ਪਈਆਂ ਨਹੀਂ ਆ। ਹਾਂਜੀ, ਜਿਹੜੀਆਂ ਫਰਵਰੀ 'ਚ ਪਈਆਂ ਸੀਗੀਆਂ, 3 ਮਹੀਨੇ ਪਹਿਲਾਂ ਉੱਥੇ ਉਹਨਾਂ ਨੂੰ 2-2 2.5 ਹਜ਼ਾਰ ਵੋਟ ਪੈਂਦੀ ਹੈ, 1.5 ਹਜ਼ਾਰ ਵੋਟ ਪੈਂਦੀ ਹੈ। ਅਤੇ ਹੁਣ ਜਿਹੜੀ ਆ
ਉਹਨਾਂ ਨੂੰ 20,000 ਤੇ 30,000 ਵੋਟ ਹਲਕੇ 'ਚ ਪੈਂਦੀ ਹੈ। ਇਸ ਕਰਕੇ ਜਿਹੜਾ ਨਾ ਇੱਥੇ ਲੋਕਾਂ ਦਾ ਕੁਝ ਨਹੀਂ ਪਤਾ, ਪਰ ਲੋਕਾਂ ਨੂੰ ਇਹ ਜ਼ਰੂਰ ਅਹਿਸਾਸ ਹੋ ਗਿਆ ਕਿ ਯਾਰ ਬਾਦਲ ਸਾਹਿਬ ਵਰਗਾ, ਸ਼੍ਰੋਮਣੀ ਅਕਾਲੀ ਦਲ ਵਰਗੀ ਸਰਕਾਰ ਜਿਹੜੀ ਹੈ ਉਹ ਨਹੀਂ, ਤਾਂ ਜਿਹੜੀਆਂ ਉਂਗਲਾਂ ਸਾਡੇ 'ਤੇ ਝੂਠੀਆਂ ਠਾਉਂਦੇ ਸੀਗੇ ਉਹ ਵੀ ਜਿਹੜਾ ਝੂਠ ਨੰਗਾ ਹੋ ਗਿਆ, ਸੱਚਾਈ ਲੋਕਾਂ ਦੇ ਸਾਹਮਣੇ ਆ ਗਈ ਹੈ। ਲੋਕ ਜੁੜਨਗੇ ਅਕਾਲੀ ਦਲ ਦੇ ਨਾਲ, ਫਿਰ ਭੌਂ ਕੇ ਡੰਕਾ ਵੱਜੂਗਾ ਅਕਾਲੀ ਦਲ ਦਾ। ਅੱਛਾ, ਨਵੀਂ ਸਰਕਾਰ ਦੇ ਵਿੱਚ ਹੁਣ ਐਕਸਪੈਂਸ਼ਨ ਹੋਈ ਹੈਗੀ ਹੈ, ਉਹਨਾਂ ਨੇ ਆਪਣੇ ਮੰਤਰੀ ਵਧਾਏ ਨੇ, ਕਿਵੇਂ ਦੇਖਦੇ ਹੋ? ਲੈਂਡ ਆਰਡਰ ਦਾ ਸਿਚੁਏਸ਼ਨ ਵੀ ਬਹੁਤ ਜ਼ਿਆਦਾ ਇਸ ਵਕਤ ਖਰਾਬ ਹੈਗੀ ਹੈ, ਗਰੰਟੀਆਂ ਵੀ ਲੋਕ ਮੰਗ ਰਹੇ ਨੇ, ਜਿਹੜੀ ਇਹਨਾਂ ਨੇ ਤੁਸੀਂ ਕਹਿ ਰਹੇ ਹੋ ਉਹ ਵੀ ਕਿਤੇ ਨਾ ਕਿਤੇ ਪੂਰੀਆਂ ਨਹੀਂ ਹੋ ਰਹੀਆਂ। ਕੀ ਲੱਗ ਰਿਹਾ ਤੁਹਾਨੂੰ, 5 ਸਾਲ ਕੱਢ ਦੂਗੀ ਸਰਕਾਰ? ਦੇਖੋ, ਲੋਕਾਂ ਨੇ 92 MLA ਦਿੱਤੇ ਆ, ਤੇ 1998 ਚ ਵੀ ਮੇਰੇ ਖਿਆਲ ਅਕਾਲੀ ਦਲ ਦੇ ਵੀ 92 ਹੀ ਸੀਗੇ ਜੀ ਸ਼ਾਇਦ। ਨਹੀਂ, ਅਕਾਲੀ ਦਲ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਲਾ ਕੇ ਤੇ ਮੇਰਾ ਖਿਆਲ 100 ਤੋਂ ਵੀ ਉੱਪਰ ਟੱਪ ਜਾਂਦੇ ਸੀਗੇ। ਹੁਣ ਗੱਲ ਹੈਗੀ ਆ ਕਿ ਲੋਕਾਂ ਨੇ ਸਰਕਾਰ ਬਣਾਤੀ, ਤੇ ਸਰਕਾਰ ਤੇ ਹੁਣ ਚਲਾਉਣੀ ਤੇ ਇਹਨਾਂ ਨੇ ਨਾ, ਤੇ ਸਰਕਾਰਾਂ ਚੱਲਦੀਆਂ ਨੇ ਤਜਰਬੇ ਨਾਲ। ਕੋਈ ਵੀ ਘਰ ਹੈ ਨਾ, ਇੱਕ ਘਰ ਵੀ ਹੈ, ਤੇ ਜੇ ਘਰ ਦੇ ਮੁਖੀ ਨੂੰ ਮਾੜਾ ਮੋਟਾ ਤਜਰਬਾ ਨਹੀਂ ਹੈਗਾ ਵੀ ਲਿਆਉਣੇ ਕਿੱਥੋਂ ਆ, ਖਰਚਣੇ ਕਿੱਥੋਂ ਆ, ਕਿਹਨੂੰ ਕਿਤੇ ਕੀ ਦੇਣਾ ਆ, ਕਿਹਨੂੰ ਕੀ ਕਰਨਾ ਆ, ਕਿੱਥੇ ਕਿਸ ਤਰ੍ਹਾਂ ਕਰਨਾ ਆ, ਤੇ ਫਿਰ ਘਰ ਵੀ ਨਹੀਂ ਚੱਲਦੇ। ਇਸੇ ਤਰ੍ਹਾਂ ਸਰਕਾਰ ਵੀ ਇੱਕ ਵੱਡਾ ਘਰ ਆ, ਤੇ ਜੇ ਤਜਰਬੇ ਵਾਲਾ ਉਹਨੂੰ ਚਲਾਉਣ ਵਾਲਾ ਨਾ ਹੋਵੇ ਤੇ ਫਿਰ ਜਿਸ ਤਰ੍ਹਾਂ ਦੇ ਚੰਦ ਚੜ੍ਹਦੇ ਤੇ ਭਗਵੰਤ ਸਿੰਘ ਮਾਨ ਦੀ ਸਰਕਾਰ 'ਚ ਚੜ੍ਹੇ ਨਹੀਂ ਰਹੇ, ਗੱਲਾਂ ਹੀ ਗੱਲਾਂ ਆ। ਇੱਕ ਵੀ ਕੰਮ ਤੁਸੀਂ ਦੱਸ ਦਿਓ, 3.5-4 ਮਹੀਨਿਆਂ ਦੇ ਵਿੱਚ ਜੇ ਇੱਕ ਵੀ ਕੰਮ ਜਿੰਨੇ ਐਲਾਨ ਕੀਤੇ ਆ, ਇੰਨੇ ਜੀ ਸਰਕਾਰੀ ਮੁਲਾਜ਼ਮ ਪੱਕੇ ਕਰਤੇ ਜੀ, ਕੋਈ ਹੋਇਆ? ਇੰਨੀ ਜੀ ਨੌਕਰੀ ਦੇਤੀ ਜੀ, ਕੁਝ ਹੋਇਆ? ਇੰਨੇ ਜੀ ਯੂਨਿਟ ਮਾਫ ਕਰਤੇ ਜੀ, ਕੋਈ ਹੋਇਆ? ਹਾਂਜੀ, ਅਜੇ ਪਤਾ ਨਹੀਂ ਨੋਟੀਫਿਕੇਸ਼ਨ ਇਹਨਾਂ ਦੀ ਅਜੇ ਤੱਕ ਨਹੀਂ ਆਈ। 1 ਜੁਲਾਈ ਤੋਂ ਕਹਿੰਦੇ ਜੀ ਮਾਫ ਕਰਤਾ ਹੈ। ਉਹ ਤਾਂ ਕਹਿੰਦੇ ਜੀ 1000 ਰੁਪਏ ਦੇਣ ਵਾਲੀ ਇੱਕ ਸਾਡੀ ਉਹ ਰਹਿ ਗਈ ਗਰੰਟੀ, ਬਾਕੀ 4 ਪੂਰੀਆਂ ਕਰਤੀਆਂ, ਤੇ ਆਪਣਾ ਮੰਤਰੀ ਵੀ ਕਹਿੰਦੇ ਅਸੀਂ ਗ੍ਰਿਫਤਾਰ ਕਰਕੇ ਅੰਦਰ ਸਿੱਟਿਆ ਹੋਇਆ। ਦੇਖੋ, ਕਹਿਣ ਨੂੰ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਸੀ ਮੈਂ ਕਿਸਾਨਾਂ ਦਾ ਕਰਜ਼ਾ ਮਾਫ ਕਰਤਾ, 1 ਲੱਖ ਕਰੋੜ ਚੋਂ ਕਰਕੇ 4000 ਕਰੋੜ ਮਾਫ। ਹਾਂਜੀ, ਤੇ 1 ਲੱਖ ਕਰੋੜ ਦਾ ਕਰਜ਼ਾ ਸੀ, ਕਹਿੰਦਾ ਉਹ 4000 ਮਾਫ ਕਰਕੇ, ਤੇ 4000 ਕਰੋੜ ਮਾਫ ਕਰਕੇ ਤੇ ਕਹਿੰਦਾ ਸੀਗਾ ਕਿ ਮੈਂ ਇਹ ਕਰਜ਼ਾ ਮਾਫ ਕਰਤਾ ਆ। ਤੇ ਪਤਾ ਨਹੀਂ 200 ਕਿ 400 ਨੌਕਰੀ ਦੇ ਕੇ ਕਹਿੰਦਾ ਸੀਗਾ ਕਿ ਮੈਂ 8 ਲੱਖ ਨੂੰ ਦੇਤੀ ਹੈ। ਹਾਂਜੀ, ਉਹਨੂੰ ਇਹ ਪਤਾ ਨਹੀਂ 400 ਕਿ 500 ਬੱਚਿਆਂ ਨੂੰ ਮੋਬਾਈਲ ਫੋਨ ਦਿੱਤੇ ਆ, ਤੇ ਕਹਿੰਦਾ ਮੈਂ ਮੋਬਾਈਲ ਫੋਨ ਵੀ ਵੰਡਤੇ। ਉਹ ਕਹਿੰਦਾ ਮੈਂ ਵਾਅਦੇ ਮੂੰਹ ਹੀ ਪੂਰੇ ਕਰਤੇ ਆ। ਤੇ ਜੇ ਤੇ ਇਸ ਤਰ੍ਹਾਂ ਦੇ ਵਾਅਦੇ ਪੂਰੇ ਕੀਤਿਆਂ ਗੱਲ ਚੱਲਦੀ ਹੈ, ਜਿਸ ਤਰ੍ਹਾਂ ਦੇ ਇਹ ਕਹਿੰਦੇ ਆ ਕਿ ਐਲਾਨ ਕਰਨ ਦੇ ਨਾਲ ਹੀ ਤੇ ਅਖਬਾਰਾਂ ਦੇ ਵਿੱਚ ਫੁੱਲ ਪੇਜ ਐਡਵਰਟਾਈਜ਼ਮੈਂਟ ਲਾਉਣ ਦੇ ਨਾਲ ਹੀ, ਉਹ ਵੀ ਇਕੱਲੇ ਪੰਜਾਬ 'ਚ ਨਹੀਂ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਰੇਕ ਭਾਸ਼ਾ ਦੇ ਵਿੱਚ, ਵੱਡੇ ਤੋਂ ਲੈ ਕੇ ਛੋਟੇ ਅਖਬਾਰ ਤੱਕ ਫੁੱਲ ਪੇਜ ਜਿਹੜੀ ਹੈ ਜੇ ਐਡਵਰਟਾਈਜ਼ਮੈਂਟ ਚੱਲਦੀ ਹੈ, ਤੇ ਉਸ ਹਿਸਾਬ ਨਾਲ ਸਭ ਕੁਝ ਹੋ ਗਿਆ। ਉਸ ਹਿਸਾਬ ਦੇ ਨਾਲ ਤੇ ਸਭ ਕੁਝ ਹੋ ਗਿਆ। ਪਰ ਇਸ ਤਰ੍ਹਾਂ ਗੱਲਾਂ ਨੇ ਥੁੱਕਾਂ ਦੇ ਨਾਲ ਬੜੇ ਨਹੀਂ ਪੱਕਦੇ ਹੁੰਦੇ। ਸਰਕਾਰਾਂ ਜਿਹੜੀਆਂ ਨੇ ਕੁਛ ਕਾਰਗੁਜ਼ਾਰੀ ਕਰਕੇ ਦਿਖਾਓਗੇ, ਫਿਰ ਸਰਕਾਰਾਂ ਚੱਲਦੀਆਂ ਨੇ। ਉਹਦੇ 'ਚ ਸਰਕਾਰ ਜਿਹੜੀ ਹੈ ਬੁਰੀ ਤਰ੍ਹਾਂ ਫੇਲ ਹੋਈ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਸਰਕਾਰ ਕਾਮਯਾਬ ਹੋਵੇ, ਸਰਕਾਰ ਕੁਛ ਲੋਕਾਂ ਨੂੰ ਕਰਕੇ ਦਿਖਾਵੇ, ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੇ। ਅਸੀਂ ਚਾਹੁੰਦੇ ਹਾਂ, ਪਰ ਸਾਨੂੰ ਪਤਾ ਹੈ ਕਿ ਨਹੀਂ ਹੋਣੇ। ਬਲਟੋਹਾ ਸਾਹਿਬ, ਕੈਪਟਨ ਅਮਰਿੰਦਰ ਦੀ ਗੱਲ ਕਰਦੇ ਹਾਂ ਆਪਾਂ ਕਿ ਉਹ ਹੁਣ ਆਪਣੀ ਪਾਰਟੀ ਮਰਜ ਕਰ ਰਹੇ ਨੇ ਲੋਕ ਕਾਂਗਰਸ ਦੇ ਵਿੱਚ। ਪਹਿਲਾਂ ਉਹਨਾਂ ਦੇ ਜਿੰਨੇ ਵੀ ਸਾਥੀ ਸੀ ਉਹ ਸਾਰੇ ਬੀਜੇਪੀ 'ਚ ਚਲੇ ਗਏ, ਹੁਣ ਗੱਲਾਂ ਹੋ ਰਹੀਆਂ ਇਹਨਾਂ ਨੂੰ ਉਪ ਰਾਸ਼ਟਰਪਤੀ ਬਣਾਉਣ ਦੀਆਂ। ਕੀ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਜ਼ਮੀਨ ਆ ਉਹ ਹੋਰ ਤਿਲਕਣੀ ਤਾਂ ਨਹੀਂ ਹੋ ਰਹੀ? ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਪੰਥਕ ਵੀ ਬਣਾਇਆ ਸੀ, ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ। ਹਾਂਜੀ, ਉਹ ਕਿੱਥੇ ਹੈ? ਤੇ ਜਦੋਂ ਪੰਥਕ ਅਕਾਲੀ ਦਲ ਸੀ, ਉਸ ਤੋਂ ਬਾਅਦ ਉਹ ਉਸ ਸਮੇਂ ਕੀ ਬਣਿਆ ਸੀਗਾ? ਜਿਹੜਾ ਫੇਜ਼ ਹੈ ਨਾ, ਲੰਘ ਗਿਆ ਕੈਪਟਨ ਅਮਰਿੰਦਰ ਸਿੰਘ ਵਾਲਾ। ਕੈਪਟਨ ਅਮਰਿੰਦਰ ਸਿੰਘ ਦੇ ਨਾਂ 'ਤੇ ਵੋਟਾਂ ਪੈਂਦੀਆਂ ਸੀਗੀਆਂ, ਹੁਣ ਨਹੀਂ ਪੈਂਦੀ। ਉਹ ਵੱਖਰੀ ਬਣਾ ਕੇ ਰੱਖਦੇ ਆ, ਕਿਸੇ 'ਚ ਮਰਜ ਹੁੰਦੇ ਆ, ਕੀ ਕਰਦੇ ਆ। ਭਾਰਤੀ ਜਨਤਾ ਪਾਰਟੀ ਉਹਨਾਂ ਬਾਰੇ ਕੀ ਫੈਸਲਾ ਲੈਂਦੀ ਹੈ, ਕੇਂਦਰ ਸਰਕਾਰ ਕੀ ਫੈਸਲਾ ਲੈਂਦੀ ਹੈ, ਉਹਨਾਂ ਦੀ ਮਰਜ਼ੀ, ਉਹ 'ਚ ਅਸੀਂ ਤਾਂ ਦਖਲਅੰਦਾਜ਼ੀ ਕਰ ਨਹੀਂ ਸਕਦੇ। ਪਰ ਜਿਹੜਾ ਬੰਦਾ 5 ਸਾਲ ਜਿਹਨੂੰ ਸਰਕਾਰ ਮਿਲੀ ਹੋਵੇ ਤੇ ਆਪਦੇ ਬੈਡਰੂਮ 'ਚੋਂ ਹੀ ਬਾਹਰ ਨਾ ਆਵੇ, ਉਹਨੂੰ ਪੋਜੀਸ਼ਨ ਕੌਣ ਦੇਊਗਾ? ਜਾਂ ਤਾਂ ਉਹ ਲੋਕ ਦੇਣਗੇ ਜਿਨ੍ਹਾਂ ਦਾ ਆਪਦਾ ਖਾਨਾ ਕੰਮ ਨਹੀਂ ਕਰਦਾ, ਪਰ ਉਹ ਤਾਂ ਬਾਹਲੇ ਚਲਾਕ ਆ, ਉਹ ਤਾਂ ਬਹੁਤ ਚਲਾਕ ਨੇ। ਉਹ ਤਾਂ ਵਹਿੰਦੇ ਬੰਦੇ 'ਚ ਕਰੰਟ ਕਿੰਨਾ ਗਿਆ। ਇਹਦੇ ਵਾਲਾ ਤਾਂ ਭਾਊ ਵਾਲਾ ਤਾਂ ਕਰੰਟ ਨੂੰ, ਸਾਡੇ ਵਾਲਾ ਕੈਪਟਨ ਸਾਹਿਬ ਵਾਲਾ ਤਾਂ ਵੈਸੇ ਹੀ ਖਤਮ ਹੋਇਆ, ਨਹੀਂ ਤਾਂ ਕਿਸੇ ਹੋਰ ਤੋਂ ਚੱਕਰ ਆ ਕੇ ਦੇਖ ਲਓ, ਕਰੰਟ ਹੈ ਨਹੀਂ ਹੁਣ। ਨਹੀਂ, ਬੀਜੇਪੀ ਹੁਣ ਕਹਿ ਰਹੀ ਹੈ ਜੀ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਕੱਲੇ ਹੀ ਸਰਕਾਰ ਬਣਾਵਾਂਗੇ, ਇਸੇ ਕਰਕੇ ਕੈਪਟਨ ਅਮਰਿੰਦਰ ਵੀ ਨਾਲ ਰਲ ਗਿਆ ਸਾਰਾ ਕੁਛ।
ਕਹਿੰਦੇ ਆਉਣ ਵਾਲਾ ਮੁਕਾਬਲਾ ਹੀ ਆਮ ਆਦਮੀ ਪਾਰਟੀ ਤੇ ਇਹਨਾਂ ਦੇ ਵਿੱਚ ਹੈ, ਬੀਜੇਪੀ ਦੇ। ਚਲੋ ਦੇਖੋ, ਰਾਜਨੀਤਿਕ ਹਰੇਕ ਪਾਰਟੀ ਨੂੰ ਦਾਅਵਾ ਕਰਨ ਦਾ ਅਧਿਕਾਰ ਹੈ, ਪਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਨਾ, ਉਹਨਾਂ ਨੂੰ ਇਸ ਗੱਲ ਦਾ ਭੁਲੇਖਾ ਨਹੀਂ ਖਾਣਾ ਚਾਹੀਦਾ ਕਿ ਪੰਜਾਬ ਦੇ ਸ਼ਹਿਰਾਂ 'ਚ ਤੇ ਉਹਨਾਂ ਨੂੰ ਹੁੰਗਾਰਾ ਮਿਲ ਸਕਦਾ ਹੈ, ਪਿੰਡਾਂ 'ਚ ਨਹੀਂ ਮਿਲ ਸਕਦਾ। ਪਿੰਡਾਂ 'ਚ ਹੁੰਗਾਰਾ ਨਹੀਂ ਮਿਲ ਸਕਦਾ, ਅੱਜ ਹੀ ਨਹੀਂ, ਆਉਣ ਵਾਲੇ ਦਸ਼ਕਾਂ ਤੱਕ, ਆਉਣ ਵਾਲੇ ਦਹਾਕਿਆਂ ਤੱਕ ਨਹੀਂ ਮਿਲ ਸਕਦਾ। ਇਹ ਸੱਚਾਈ ਹੈ, ਇਹ ਉਹਨਾਂ ਨੂੰ ਪਤਾ ਹੋਣੀ ਚਾਹੀਦੀ। ਘੱਟੋ ਘੱਟ ਜਿਹੜੀ ਹੋਣ ਵਾਲੀ ਪੀੜ੍ਹੀ ਹੈ ਨਾ, ਜਿਹੜੀ ਉੱਤੇ ਬੈਠੇ ਆ, ਸੁਪਰੀਮੋ ਬੈਠੇ ਨੇ, ਇਹਨਾਂ ਦੇ ਹੁੰਦਿਆਂ ਤਾਂ ਨਹੀਂ ਮਿਲਦਾ। ਬਾਕੀ ਆਉਣ ਵਾਲੇ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਕੀ ਭਾਣਾ ਵਾਪਰਨਾ ਹੈ, ਇਸ ਕਰਕੇ ਉਹ ਉਹਨਾਂ ਨੂੰ ਭੁਲੇਖਾ ਨਹੀਂ ਖਾਣਾ ਚਾਹੀਦਾ। ਮੇਰਾ ਖਿਆਲ ਉਹਨਾਂ ਨੂੰ ਭੁਲੇਖਾ ਹੈ ਵੀ ਨਹੀਂ, ਉਹਨਾਂ ਨੂੰ ਪਤਾ ਕਿ ਪੰਜਾਬ 'ਚ ਸਾਡੇ ਪੈਰ ਨਹੀਂ ਲੱਗ ਸਕਦੇ। ਹਾਂ, ਯਤਨ ਕਰ ਰਹੇ ਨੇ, ਆਪਦੇ ਯਤਨ ਕਰਨੇ ਚਾਹੀਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦਾ। ਸੋ ਇਹ ਸਨ ਬਿਰਸਾ ਸਿੰਘ ਬਲਟੋਹਾ, ਜਿਨ੍ਹਾਂ ਨੇ ਜੋ ਪੰਜਾਬ ਦੇ ਸਿਆਸੀ ਹਾਲਾਤ ਇਸ ਵਕਤ ਬਣੇ ਹੋਏ ਨੇ ਉਹਨਾਂ ਦੇ ਉੱਪਰ ਬੜੀ ਬੇਬਾਕੀ ਨਾਲ ਜਵਾਬ ਦਿੱਤੇ ਹੈਗੇ ਨੇ, ਤੇ ਗੱਲਬਾਤ ਕੀਤੀ ਹੈ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ। ਅਕਾਲੀ ਦਲ ਵੱਲੋਂ ਜੋ ਗਲਤੀਆਂ ਹੋਈਆਂ ਜਾਂ ਜੋ ਕੁਝ ਵੀ ਕੀਤਾ ਗਿਆ, ਉਹਨਾਂ ਦੇ ਉੱਪਰ ਉਹਨਾਂ ਨੇ ਬਹੁਤ ਵਧੀਆ ਜਵਾਬ ਦਿੱਤੇ ਹੈਗੇ ਨੇ। ਸੋ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਸਿਆਸੀ ਵੱਡੀ ਇੱਕ ਤਗੜੀ ਧਿਰ ਬਣ ਕੇ ਫਿਰ ਆਪਣੇ ਜਿਹੜੇ ਵਿਰੋਧੀ ਨੇ ਉਹਨਾਂ ਦੇ ਸਾਹਮਣੇ ਖੜੇ ਹੋਣਗੇ। ਕੈਮਰਾਮੈਨ ਦੀਪਕ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਚੰਡੀਗੜ੍ਹ। मियां मुराद अली जी खुदा दे घर देर है अंधेर नहीं, हर समस्या का समाधान। समस्या जिवें लव मैरिज, वशीकरण, किता कराया, लॉटरी नंबर होवे या लोटो मैक्स 649। मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली, पर मुझे कोई समाधान नहीं मिला। उसके बाद मैं मियां मुराद अली जी से मिली, जिससे कि अब मैं अपने वैवाहिक जीवन में बहुत खुश हूँ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98 417 18786 97797 24075।